ਘਰ ਦੇ 14 ਅਫਰਾਦ ਆਏ ਤੇ 2 ਭੈਣਾਂ ਜਿਹੜੀਆਂ ਨੇ ਉਹ ਇੰਗਲੈਂਡ ਸੀ ਤੇ 2 ਭਰਾ ਵੀ ਜਿਹੜੇ ਨੇ ਉਹ ਵੀ ਯੂਰਪ ਆਏ। ਨਿੱਕਾ ਭਰਾ ਪਾਕਿਸਤਾਨ ਸੀ। ਚਲੋ ਘਰ ਦੇ ਛੋਟੇ ਮੋਟੇ ਕੰਮ ਕਰ ਲੈਂਦਾ ਆ ਤੇ ਚਲੋ ਉਹਨੂੰ ਤਾਂ ਪਾਕਿਸਤਾਨ ਛੱਡੇ ਅਸੀਂ ਨੇ। ਤੇ ਕੋਈ ਅਰਸਾ ਗੁਜ਼ਰਿਆ ਤੇ ਭਰਾਵਾਂ ਨੇ ਸਲਾਹ ਕੀਤੀ ਚਲੋ ਨਿੱਕੇ ਭਰਾ ਦਾ ਵਿਆਹ ਕਰ ਦਈਏ। ਉਹ ਜਨਾਬ ਉਹਨਾਂ ਆਖਿਆ ਜੇ ਵਿਆਹ ਕਰਨਾ ਨਾ ਤੇ ਕੁੜੀ ਕੋ ਮਾੜੀ ਜੀ ਤੱਕ ਕੇ ਲਿਆਵੀਏ, ਮਾੜੇ ਘਰ ਦੀ, ਚਲੋ ਕੋਈ ਕੰਮ ਸ਼ਾਮ ਪਈ ਕਰੇ, ਸਾਡੇ ਥੱਲੇ ਲਾ ਕੇ ਪਈ ਰਵੇ। ਉਹ ਜਨਾਬ ਉਹਨਾਂ ਰਿਸ਼ਤਾ ਢੂੰਡਿਆ, ਰਿਸ਼ਤਾ ਉਹਨਾਂ ਨੂੰ ਲੱਭ ਗਿਆ ਮਾੜੇ ਘਰ ਦਾ। ਕੁੜੀ ਵਾਕਈ ਬੜੀ ਚੰਗੀ। ਉਹ ਜਨਾਬ ਉਹਨੇ ਘਰ ਦੇ ਕੰਮ ਕਰਨੇ, 14 ਬੰਦਿਆਂ ਦੀ ਉਹਨੇ ਰੋਟੀ ਬਣਾਉਣੀ, ਹਾਂਡੀ ਬਣਾਉਣੀ, ਸਾਰਿਆਂ ਦੇ ਉਹਨੇ ਕੰਮ ਕਰਨੇ, 14 ਬੰਦਿਆਂ ਦੀਆਂ ਰੋਟੀਆਂ ਬਣਾਉਣੀਆਂ। ਤੁਹਾਨੂੰ ਪਤਾ ਕਿੰਨਾ ਵੱਡਾ ਮਿਸ਼ਨ ਹੋਣਾ। 28 ਤਰੀਕ ਤੇ ਰੋਟੀਆਂ ਹੀ ਬਣ ਜਾਂਦੀਆਂ ਨੇ, ਕੋਈ ਆਇਆ ਗਿਆ ਵੀ ਲੱਗਾ ਰਹਿੰਦਾ। ਤੇ ਉਹਨਾਂ ਕਿਸੇ ਬੰਦੇ ਪੁੱਛਿਆ, ਉਹਨਾਂ ਆਖਿਆ ਬਈ ਕਿਉਂ ਇਹ ਤੁਹਾਡੀ ਕੁੜੀ ਨਹੀਂ ਰੋਟੀ ਛੋਟੀ ਬਣਾਉਂਦੀ? ਨਹੀਂ ਇਹਦੇ ਕੋਲ ਚੱਜ ਦੀ ਰੋਟੀ ਨਹੀਂ ਬਣਦੀ ਤੇ ਹਾਂਡੀ ਬੇਸਵਾਦੀ ਜੀ ਬਣਾਉਂਦੀ ਹੈ। ਇਹ ਕੁੜੀ ਸਹੀ ਬਣਾਉਂਦੀ ਹੈ ਤਾਂ ਵਾਸਤੇ ਅਸਾਂ ਇਹਦੀ ਜ਼ਿੰਮੇਵਾਰੀ ਲਾਈ ਹੈ। ਤੇ ਤੁਹਾਡੀ ਕੁੜੀ ਕੀ ਕਰਦੀ ਹੈ? ਇਹ ਜੀ ਘਰ ਦੀ ਟਾਕੀ ਸ਼ਾਕੀ ਮਾਰ ਦਿੰਦੀ ਹੈ ਤੇ ਚਲੋ ਇਸ ਤਰ੍ਹਾਂ ਦੇ ਕੰਮ ਕਰ ਲੈਂਦੀ ਹੈ। ਇਹ ਇਹਦੇ ਕੋਲ ਕਰਾ ਲਈਦੇ ਨੇ, ਉਹ ਵੀ ਮਗਰੂ ਲਾ ਦਿੰਦੀ ਹੈ। ਅੱਛਾ ਚਲੋ ਠੀਕ ਹੈ। ਮਹੀਨਾ ਗੁਜ਼ਰਿਆ ਵਿਚਾਰੀ ਮਾੜੀ ਕੁੜੀ ਦੇ ਵਿਆਹ ਨੂੰ ਤੇ ਭਰਾਵਾਂ ਨੇ ਸਲਾਹ ਕੀਤੀ ਵੀ ਭਰਾ ਨੂੰ ਨਿੱਕੇ ਨੂੰ ਯੂਰਪ ਕੱਢੀਏ। ਉਹ ਜਨਾਬ ਉਹਨਾਂ ਕੇਸ ਦਿੱਤਾ, ਵੀਜ਼ਾ ਜਲਦੀ ਲੱਗ ਗਿਆ। 1.5-2 ਮਹੀਨੇ 'ਚ ਉਹ ਜਣਾ ਜਿਹੜਾ ਯੂਰਪ ਪਹੁੰਚ ਗਿਆ। ਬੱਚਾ ਉਹਦੇ ਘਰ ਹੋਇਆ ਕੋਨਾ। ਯੂਰਪ ਪਹੁੰਚਿਆ, ਉੱਥੇ ਜਾ ਕੇ ਪੇਪਰਾਂ ਵਾਸਤੇ ਠੋਕਰਾਂ ਖਾਂਦਾ ਰਿਹਾ। ਚੰਗੀਆਂ ਨੇ ਠੋਕਰਾਂ ਖਾਧੀਆਂ। 8 ਸਾਲ ਉਹਦੇ ਲੱਗ ਗਏ ਯੂਰਪ 'ਚ। 8 ਸਾਲ ਫੋਨ ਤੇ ਜ਼ਨਾਨੀ ਨਾਲ ਕਿਰੇ ਗੱਲ ਕਰ ਦੇਣੀ, ਕਿਰੇ ਨਾ ਕਰਨੀ। ਖਰਚਾ ਚਲੋ ਜੀ ਮਾਂ ਪਿਓ ਪੇ ਦੇਣਗੇ, ਖਰਚਾ ਵੀ ਕੋਨਾ ਟੋਰਨਾ ਉਹਦੇ ਵਾਸਤੇ ਨਾ। 8 ਸਾਲ ਬਾਅਦ ਜਿਸਲੇ ਵਾਪਸ ਗਿਆ, ਵਾਪਸ ਜਾ ਕੇ ਉੱਥੇ ਤਕਰੀਬਨ 2 ਮਹੀਨੇ ਗੁਜ਼ਰੇ ਨੇ। ਘਰ ਦੇ ਪਰੇਸ਼ਾਨ ਹੋ ਗਏ ਵੀ ਮੁੰਡੇ ਦੇ ਘਰ ਲਾਦ ਨਹੀਂ ਹੁੰਦੀ ਪਈ, ਲਾਦ ਨਹੀਂ ਹੁੰਦੀ ਪਈ। ਉਹ ਜਨਾਬ ਜੀ ਕਿਹੜੇ ਡਾਕਟਰ ਨੂੰ ਚੈੱਕ ਕਰਾਓ ਜੀ। ਨੌਂ ਨੂੰ ਡਾਕਟਰ ਕੋਲ ਲੈ ਗਏ। ਮੁੰਡੇ ਨੂੰ ਆਖਿਆ ਜੀ ਤੂੰ ਵੀ ਚੈੱਕ ਕਰਾ। ਜੀ ਮੁੰਡੇ 'ਚ ਵੀ ਕੋਈ ਮਸਲਾ ਨਹੀਂ ਜੀ, ਕੁੜੀ 'ਚ ਵੀ ਕੋਈ ਮਸਲਾ ਨਹੀਂ। ਮਹੀਨਾ 1.5 ਹੋਰ ਗੁਜ਼ਰਿਆ ਤੇ ਉਹਨਾਂ ਆਖਿਆ ਫਿਰ ਆਖਣ ਕੋਈ ਨਹੀਂ ਕੋਈ ਗੱਲ ਵੀ ਬਣਦੀ। ਉਹਨਾਂ ਆਖਿਆ ਮੁੰਡੇ ਨੂੰ ਆਖਿਆ ਮਹੀਨਾ ਤੂੰ ਹੋਰ ਛੁੱਟੀ ਵਧਾ। ਮਹੀਨਾ ਹੋਰ ਛੁੱਟੀ ਵਧਾਈ ਉਹਨੇ। ਅੰਦਰੋਂ ਅੰਦਰ ਇਹਨਾਂ ਸਲਾਹ ਕਰ ਲਈ। ਇਹਨਾਂ ਆਖਿਆ ਜੀ ਜਿਹੜਾ ਨਾ ਮੁੰਡੇ ਦੀ ਸ਼ਾਦੀ ਦੂਸਰੀ ਕਰੀਏ ਕਿਉਂਕਿ ਕੁੜੀ 'ਚ ਕੋਈ ਨਹੀਂ ਗੱਲ। ਮਾੜੇ ਘਰ ਦੀ ਸੀ ਤੇ ਉਹਨੇ ਕੰਮ ਇਹਨਾਂ ਦੇ ਢੇਰ ਕੀਤੇ ਸੀ। ਲੇਕਿਨ ਅਸੀਂ ਲੋਕ ਐਵਾਂ ਬੇਫੈਜ਼, ਅਸੀਂ ਅੱਗੇ ਕਦੇ ਕਿਸੇ ਦੀ ਕਦਰ ਕੀਤੀ ਹੈ ਜਿਹੜੀ ਹੁਣ ਕਰਾਂਗੇ। ਉਹ ਜਨਾਬ ਉਹਨਾਂ ਨੇ ਆਖਿਆ ਜੀ ਨਿੱਕੇ ਭਰਾ ਦਾ ਵਿਆਹ ਕਰੀਏ। ਉਹ ਰਿਸ਼ਤਾ ਜਨਾਬ ਉਹਨਾਂ ਤੱਕ ਲਿਆ। ਰਿਸ਼ਤਾ ਜਿਸੇ ਤੱਕੀ ਉਹਨੇ ਤੇ ਵਿਆਹ ਕਰ ਦਿੱਤੀ ਉਹਨੇ। ਤੇ 2 ਕੁੜੀਆਂ ਘਰ ਹੋ ਗਈਆਂ। ਕੋਈ ਮਹੀਨਾ 1.5 ਕੱਢੀ ਉਹਨੇ ਜੀ ਇਕੱਠਿਆਂ। ਬਾਅਦ 'ਚ ਕਹਿੰਦੇ ਜੀ ਇਹਨੂੰ ਤਲਾਕ ਦਈਏ। ਜਿਹੜੀ ਮਾੜੇ ਘਰ ਦੀ ਸੀ ਉਹਨੂੰ ਤਲਾਕ ਦਵਾਈ ਉਹਨੇ। ਤਲਾਕ ਦਵਾ ਕੇ ਤਾਂ ਜਿਹੜੀ ਹੁਣ ਨਵੀਂ ਕਰਕੇ ਲੈਂਦੀ ਉਹ ਘਰ ਰੱਖੀ। ਨਵੀਂ ਨੇ ਫਿਰ ਐਸੀ ਨੱਥ ਪਾਈ ਉਹਨਾਂ ਨੂੰ। ਉਹਨੇ ਜਨਾਬ ਨਾ ਘਰ ਦੇ ਕਿਸੇ ਕੰਮ ਨੂੰ ਹੱਥ ਲਾਣਾ। ਉਹਨੇ ਆਖਿਆ ਜਣਾ ਜਿਹੜਾ ਮੇਰੇ ਲਾਹ ਦਾ ਖਰਚਾ ਟੋਰੇ, ਉਹਨੇ ਲਾਹ ਦਾ ਖਰਚਾ ਟੋਰਨਾ। ਜਿਸ ਵੇਲੇ ਘਰ ਦੇ ਤੱਕਿਆ ਇਹ ਤਾਂ ਬਹੁਤੀ ਤੇਜ਼ ਹੈ। ਉਹਨੇ ਆਖਿਆ ਜੀ ਇੰਝ ਕਰੋ ਇਹਨੂੰ ਲਾਹ ਦਾ ਕਰ ਦਿਓ। ਉਹਨੂੰ ਵੱਖਰਿਆਂ ਕਰ ਦਿੱਤੀ ਉਹਨੇ ਘਰ। ਤੇ ਮੁੰਡੇ ਨੂੰ ਆਖਿਆ ਤੂੰ ਇਹਨੂੰ ਖਰਚਾ ਭੇਜ ਦਿਆ ਕਰ ਜਿਹੜਾ ਭੇਜਣਾ ਹੁੰਦੀ। ਠੀਕ ਹੈ। ਤੇ ਜਨਾਬ ਜਿਹੜੀ ਮਾੜੇ ਘਰ ਦੀ ਸੀ ਉਹਨੂੰ ਕਿਹੜੇ ਰੇੜ ਖੇੜ ਕੇ ਰਿਸ਼ਤਾ ਲੱਭ ਗਿਆ। ਉਹਨੂੰ ਰਿਸ਼ਤਾ ਲੱਭਾ ਤੇ ਉਹ ਜਨਾਬ ਉਹਦੇ ਘਰ ਲਾਦ ਹੋ ਗਈ। ਤੇ ਜਿਹਦਾ ਮੁੰਡੇ ਕੋਲ ਤਲਾਕ ਦਵਾਈ ਸੀ ਨੇ, ਨਵੀਂ ਸ਼ਾਦੀ ਕਰਾਈ ਸੀ ਨੇ, ਉਹਦੇ ਘਰ ਜਨਾਬ ਕੋਈ ਲਾਦ ਨਾ ਹੋਈ, ਕੋਈ ਇੰਝ ਦੀ ਗੱਲ ਨਾ ਹੋਈ। ਤੇ ਉਹ ਮੁੰਡਾ ਹੁਣ ਇੱਥੇ ਹੈ, ਸਿਰ ਤੇ ਵਾਲ ਝੜ ਗਏ ਨੇ ਉਹਦੇ ਤੇ ਟੈਨਸ਼ਨਾਂ ਨਾਲ ਉਹਦੀ ਸੂਰਤ ਹਾਲ ਮਾੜੀ ਹੈ ਤੇ ਇੱਥੇ ਧੱਕੇ ਪਿਆ ਖਾਂਦਾ ਹੈ। ਤੇ ਉਹਨੇ ਆਪੂ ਮੈਨੂੰ ਗੱਲ ਸੁਣਾਈ ਹੈ ਤੇ ਮੈਨੂੰ ਸੁਣ ਕੇ ਮੈਂ ਕਿਹਾ ਜਾ ਬੇਸ਼ਰਮਾ, ਤੈਨੂੰ ਕੋਈ ਸ਼ਰਮ ਨਹੀਂ, ਕਿਉਂ ਜ਼ਿਆਦਤੀ ਕੀਤੀ ਹੈ ਕਿਸੇ ਧੀ ਭੈਣ ਨਾਲ? ਕਹਿੰਦਾ ਯਾਰ ਮੈਂ ਜ਼ਿਆਦਤੀ ਕੀ ਕਰਨੀ ਹੈ, ਉਮਰ ਇੰਝ ਦੀ ਸੀ, ਘਰਦਿਆਂ ਦਾ ਸਾਰਿਆਂ ਦਾ ਦਬਾਓ, ਭੈਣਾਂ ਇੰਗਲੈਂਡ ਤੋਂ ਦਬਾਓ ਪਾਉਂਦੀਆਂ ਸੀ, ਭਰਾ ਵੱਖਰਾ ਦਬਾਓ ਪਾਉਂਦੇ ਸੀ ਨਾ ਨਾ ਤੂੰ ਦੇ ਤਲਾਕ, ਇਹਨੂੰ ਦੇ ਤਲਾਕ ਤੂੰ ਉਹਨੂੰ। ਉਹ ਜਨਾਬ ਉਹ ਭੈਣਾਂ ਨਾਲ ਜਿਹੜੀ ਨਵੀਂ ਸੀ ਉਹ ਚੰਗੀ ਇੰਗਲੈਂਡ ਗੱਪ ਸ਼ੱਪ ਲਾਉਂਦੀ ਸੀ, ਪੜ੍ਹੀ ਲਿਖੀ ਸੀ। ਤੇ ਜਿਹੜੀ ਦੂਸਰੀ ਹੈ ਉਹ ਜ਼ਰਾ ਮਾੜੀ ਸੀ ਤੇ ਉਹ ਕੋਈ ਨਹੀਂ ਸੀ ਗੱਲਬਾਤ ਕਰਦੀ, ਬਸ ਘਰ ਦੇ ਕੰਮਾਂ 'ਚ ਖੂਬੀ ਰਹਿੰਦੀ ਸੀ। ਇਸ ਵਾਸਤੇ ਇਹਨਾਂ ਨੂੰ ਨਵੀਂ ਚੰਗੀ ਲੱਗੀ ਹੈ ਤੇ ਉਹਨਾਂ ਜਨਾਬ ਤਲਾਕ ਦਵਾ ਦਿੱਤੀ ਹੈ। ਮੈਂ ਕਿਹਾ ਯਾਰ ਤੂੰ ਬੜੀ ਜ਼ਿਆਦਤੀ ਕੀਤੀ। ਕਹਿੰਦਾ ਯਾਰ ਪਤਾ ਮੈਨੂੰ ਮੈਂ ਜ਼ਿਆਦਤੀ ਕੀਤੀ ਹੈ, ਪਰ ਮੈਂ ਜਿਹੜਾ ਨਾ ਮੇਰੇ ਹੱਥ ਵੱਸ 'ਚ ਕੋਈ ਨਹੀਂ ਸੀ। ਜੋ ਕੁਝ ਹੈ ਮੇਰਾ ਖਰਚਾ, ਜੋ ਸਿਸਟਮ ਹੈ ਉਹਨਾਂ ਦੇ ਥਰੂ ਚੱਲਦਾ ਆ ਮੇਰਾ, ਤੇ ਮੈਂ ਜਿਹੜਾ ਫਿਰ ਕੁਝ ਕਰ ਨਹੀਂ ਸਕਦਾ ਆ। ਲੇਕਿਨ ਮੈਨੂੰ ਦੁੱਖ ਬੜਾ ਹੈ ਤੇ ਮੇਰੇ, ਲੇਕਿਨ ਇਹ ਕਿ ਮੇਰੇ ਘਰ ਇਹ ਵੀ ਲਾਦ ਕੋਈ ਨਹੀਂ ਹੋਈ ਤੇ ਉਹਦੇ ਬੱਚੇ ਹੋ ਗਏ ਨੇ 3-4 ਹੁਣ। ਮੈਂ ਕਿਹਾ ਦੇਖ ਲੈ ਫਿਰ ਕੁਦਰਤ ਦੇ ਫੈਸਲੇ। ਤੁਸੀਂ ਲੋਕ ਜਿਹੜਾ ਕਿਸੇ ਨੂੰ ਠੋਕਰ ਮਾਰਦੇ ਹੋ, ਜੇ ਤੁਹਾਨੂੰ ਨਹੀਂ ਲੱਭਣੀ ਲਾਦ ਤੇ ਨਹੀਂ ਲੱਭਣੀ। ਕਿਸੇ ਦੀ ਧੀ ਭੈਣ ਨਾਲ ਜ਼ਿਆਦਤੀ ਨਹੀਂ ਕਰਨੀ ਚਾਹੀਦੀ। ਜੇ ਤੁਹਾਡੇ ਨੇ ਡੰਗਰਾਂ ਹਰ ਕੰਮ ਕਰਦੀ ਰਹੀ ਹੈ ਤੇ ਤੁਸੀਂ ਉਹਦੇ ਸਿਲਾ ਕਹਿ ਦਿੱਤਾ ਸਵਾਏ ਉਹਨੂੰ ਤਲਾਕ ਦੇਣ ਤੋਂ। 8 ਸਾਲ ਇਸਤੇਮਾਲ ਕੀਤਾ ਤੁਸੀਂ ਉਹਨੂੰ। ਮੈਂ ਕਿਹਾ ਫਿੱਟੇ ਮੂੰਹ ਹੈ ਤੁਹਾਡਾ।
ਇੰਜ ਨਹੀਂ ਕਰਨਾ ਚਾਹੀਦਾ ਕਿਸੇ ਧੀ ਭੈਣ ਨਾਲ। ਤੇ ਇਹ ਗੱਲ ਜਿਹੜੀ ਮੇਰੇ ਦੋਸਤ ਨੇ ਸੁਣਾਈ ਸੀ ਮੈਨੂੰ, ਉਹ ਕਹਿੰਦਾ ਤੂੰ ਸ਼ੇਅਰ ਕਰ ਸਕਨੇ ਤਾਂ ਕਿ ਕਿਸੇ ਹੋਰ ਨੂੰ ਵੀ ਇਸ ਗੱਲ ਤੋਂ ਨਸੀਹਤ ਮਿਲੇ। ਠੀਕ ਹੈ, ਥੈਂਕ ਯੂ, ਅੱਲਾ ਹਾਫਿਜ਼।